ਅੱਜ ਸਾਡਾ ਮਜ਼ਮੂਨ ਹੈ ਪਾਕ रूह ਦੀ ਕੂਵਤ ਜਾਂ ਪਾਕ रूह ਦੀ ਸ਼ਕਤੀ, ਪਾਵਰ ਆਫ ਦਾ ਹੋਲੀ ਸਪਿਰਿਟ। ਖੁਦਾ ਚਾਹੁੰਦਾ ਹੈ ਕਿ ਅਸੀਂ ਸਾਰੇ ਜਿਹੜੇ ਹਾਂ ਪਾਕ रूह ਦੀ ਜੀ ਸ਼ਕਤੀ ਹੈ, ਤਾਕਤ ਹੈ, ਉਹਦੇ ਨਾਲ ਹਰ ਵਕਤ ਅਸੀਂ ਭਰੇ ਰਹੀਏ ਔਰ ਭਰਪੂਰ ਹੋਈਏ। ਔਰ ਉਹਦੀ ਰੀਜ਼ਨ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਸਾਡੇ ਅੱਗੇ ਮੁਖਤਲਿਫ ਜਿਹੜੇ ਨੇ ਹਰ ਰੋਜ਼ ਲਾਈਫ ਦੇ ਵਿੱਚ ਚੈਲੰਜਸ ਆਉਂਦੇ ਨੇ, ਸਮੱਸਿਆ ਆਉਂਦੀਆਂ ਨੇ, ਮੁਸ਼ਕਿਲਾਂ ਆਉਂਦੀਆਂ ਨੇ। ਲੇਕਿਨ ਜਦੋਂ ਸਾਡੇ ਕੋਲ ਪਾਕ रूह ਦੀ ਸ਼ਕਤੀ ਹੁੰਦੀ ਹੈ, ਅਸੀਂ ਦੁਨਿਆਵੀ ਜਿਹੜੀਆਂ ਮੁਸ਼ਕਿਲਾਤਾਂ ਨੇ, ਚੈਲੰਜਸ ਨੇ, ਉਹਨਾਂ 'ਤੇ ਫਤਹਿਮੰਦ ਹੁੰਦੇ ਹਾਂ ਅਤੇ ਨਾਲ ਨਾਲ ਅਸੀਂ ਰੂਹਾਨੀ ਤੌਰ 'ਤੇ ਵੀ ਖੁਦਾ ਦੇ ਵਿੱਚ ਗਰੋ ਹੁੰਦੇ ਹਾਂ, ਵੱਧਦੇ ਹਾਂ ਅਤੇ ਖੁਦਾ ਦੇ ਲਈ ਅਸੀਂ ਇਸਤੇਮਾਲ ਹੁੰਦੇ ਹਾਂ। ਅਤੇ ਖੁਦਾ ਦੇ ਕਲਾਮ ਦੇ ਵਿੱਚ ਪਾਕ रूह ਦੀ ਤਾਕਤ ਨੂੰ ਕਿਹਾ ਗਿਆ ਕਿ ਕੂਵਤ ਦਾ ਲਿਬਾਸ, ਸ਼ਕਤੀ ਦੇ ਕੱਪੜੇ, ਵਸਤਰ ਜਿਹੜਾ ਕਿਹਾ ਗਿਆ ਹੈ, ਗਾਰਮੈਂਟ ਆਫ ਕੀ ਹੈ, ਪਾਵਰ ਕਿਹਾ ਗਿਆ ਹੈ। ਅਤੇ ਖੁਦਾ ਦੇ ਕਲਾਮ ਵਿੱਚ ਅਗਰ ਵੇਖੀਏ ਤਾਂ ਦੋ ਕਿਸਮ ਦੇ ਕੱਪੜਿਆਂ ਦੀ ਜ਼ਿਕਰ ਹੈ। ਇੱਕ ਨੇ ਨਿਜਾਤ ਦੇ ਕੱਪੜੇ, ਗਾਰਮੈਂਟ ਆਫ ਸਲਵੇਸ਼ਨ ਨੇ, ਅਤੇ ਇੱਕ ਗਾਰਮੈਂਟ ਆਫ ਪਾਵਰ ਕਹਿ ਸਕਦੇ ਹਾਂ। ਕੂਵਤ ਦਾ ਲਿਬਾਸ ਅਤੇ ਸ਼ਕਤੀ ਦੇ ਕੱਪੜੇ। ਸ਼ਕਤੀ ਦੇ ਕੱਪੜੇ ਜਿਹੜਾ ਇੱਕ ਅਲੱਗਾ ਮਜ਼ਮੂਨ ਹੈ ਅਤੇ ਨਿਜਾਤ ਦੇ ਕੱਪੜੇ ਇੱਕ ਅਲੱਗਾ ਮਜ਼ਮੂਨ ਹੈ। ਨਿਜਾਤ ਦੇ ਕੱਪੜੇ ਜਿਹੜੇ ਨੇ ਉਹ ਜਦੋਂ ਅਸੀਂ ਤੋਬਾ ਕਰਨੇ ਹਾਂ, ਯਿਸੂ 'ਤੇ ਈਮਾਨ ਲਿਆਉਂਦੇ ਹਾਂ ਅਤੇ ਖੁਦਾ ਸਾਨੂੰ ਨਿਜਾਤ ਦੇ ਕੱਪੜੇ ਜਿਹੜੇ ਨੇ, ਮੁਕਤੀ ਦੇ ਕੱਪੜੇ ਨੇ, ਵਸਤਰ ਜਿਹੜੇ ਨੇ ਪਹਿਨਾ ਦਿੰਦਾ ਹੈ। ਇਸ ਲਈ ਅਗਰ ਅਸੀਂ ਵੇਖਾਂਗੇ ਆਇਜ਼ੀਆ ਚੈਪਟਰ 61 ਵਰਸ 10 ਦੇ ਵਿੱਚ ਕੀ ਲਿਖਿਆ ਹੈ? ਯਹੋਵਾ ਮੈਨੂੰ ਬਹੁਤ ਬਹੁਤ ਪ੍ਰਸੰਨ ਕਰਦਾ ਹੈ, ਮੇਰਾ ਸਾਰਾ ਆਪਾ ਪਰਮੇਸ਼ਵਰ ਲਈ ਪ੍ਰਸੰਨ ਹੈ। ਯਹੋਵਾ ਨੇ ਮੈਨੂੰ ਮੁਕਤੀ ਦੇ ਵਸਤਰ ਪਵਾਏ। ਇਹ ਵਸਤਰ ਉਹਨਾਂ ਸੁੰਦਰ ਵਸਤਰਾਂ ਵਰਗੇ ਹਨ ਜਿਹੜੇ ਕੋਈ ਆਪਣੀ ਸ਼ਾਦੀ ਉੱਤੇ ਪਹਿਨਦਾ ਹੈ। ਯਹੋਵਾ ਨੇ ਮੈਨੂੰ ਆਪਣੀ ਨੇਕੀ ਦਾ ਕੋਟ ਪਹਿਨਾਇਆ। ਇਹ ਕੋਟ ਉਹਨਾਂ ਵਸਤਰਾਂ ਵਰਗਾ ਹੈ ਜਿਹੜੇ ਕੋਈ ਔਰਤ ਆਪਣੀ ਸ਼ਾਦੀ ਉੱਤੇ ਪਹਿਨਦੀ ਹੈ। ਹਾਂਜੀ, ਸੋ ਖੁਦਾਵੰਦ ਨੇ ਸਾਨੂੰ ਕਿਨੇ ਨਿਜਾਤ ਦੇ ਕੱਪੜੇ ਪਹਿਨਾਏ ਹੋਏ ਨੇ। ਇਹ ਇੱਕ ਅਲੱਗਾ ਮਜ਼ਮੂਨ ਹੈ। ਲੇਕਿਨ ਅੱਜ ਅਸੀਂ ਜਿਸ ਮਜ਼ਮੂਨ 'ਤੇ ਗੱਲ ਕਰ ਰਹੇ ਹਾਂ ਉਹ ਸ਼ਕਤੀ ਦੇ ਕੱਪੜੇ ਨੇ ਔਰ ਉਹ ਪਾਕ रूह ਦੀ ਕੂਵਤ ਹੈ, ਪਾਕ रूह ਦੀ ਪਾਵਰ ਹੈ ਜਿਹੜੀ ਸਾਨੂੰ ਕੀ ਮਿਲਦੀ ਹੈ। ਜੋ ਅਸੀਂ ਤੋਬਾ ਕਰਨੇ ਹਾਂ, ਈਮਾਨ ਲਿਆਉਂਦੇ ਹਾਂ, ਸਾਡੇ ਸਭ ਦੇ ਅੰਦਰ ਪਾਕ रूह ਜਿਹੜਾ ਹੈ, ਜੋ ਅਸੀਂ ਮਸੀਹ ਨੂੰ ਬੁਲਾਉਂਦੇ ਹਾਂ, ਕਹਿੰਦੇ ਹਾਂ ਕਿ ਮੈਂ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ, ਮੈਂ ਈਮਾਨ ਲਿਆਉਂਦਾ ਵਾ, ਤੂੰ ਮੇਰੇ ਦਿਲ 'ਤੇ ਆ, ਪਾਕ रूह ਉਸੇ ਵੇਲੇ ਆ ਜਾਂਦਾ ਹੈ। ਲੇਕਿਨ ਪਾਕ रूह ਦੀ ਤਾਕਤ ਜਿਹੜੀ ਹੈ, ਕੂਵਤ ਜਿਹੜੀ ਹੈ, ਉਹ ਲੈਣ ਦੇ ਲਈ ਖੁਦਾ ਕੋ ਬਾਰ-ਬਾਰ ਜਾਣਾ ਪੈਂਦਾ ਹੈ। ਅਗਲੇ ਵੀਕ ਅਸੀਂ ਇਸ ਕਰਾਂਗੇ ਕਿ ਅਸੀਂ ਪਾਕ रूह ਦੀ ਤਾਕਤ ਨੂੰ ਕਿਵੇਂ ਜਿਹੜਾ ਆਪਣੇ ਆਪ ਨੂੰ ਭਰੇ ਰੱਖ ਸਕਦੇ ਹਾਂ, ਕਿਵੇਂ ਹਰ ਰੋਜ਼ ਹਾਸਲ ਕਰ ਸਕਦੇ ਹਾਂ। ਲੇਕਿਨ ਅੱਜ ਸਾਡਾ ਮਜ਼ਮੂਨ ਹੈ ਕਿ ਪਾਕ रूह ਦੀ ਸ਼ਕਤੀ ਦੇ ਨਾਲ ਸਾਡੇ ਅੰਦਰ ਕੀ ਤਬਦੀਲੀ ਆਉਂਦੀ ਹੈ ਔਰ ਕਿਉਂ ਜ਼ਰੂਰੀ ਹੈ। ਸੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਖੁਦਾ ਚਾਹੁੰਦਾ ਵੇ ਕਿ ਅਸੀਂ ਸਾਰੇ ਜਿਹੜੇ ਹਾਂ ਪਾਕ रूह ਦੀ ਪਾਵਰ ਨਾਲ, ਪਾਕ रूह ਦੀ ਹੋਲੀ ਸਪਿਰਿਟ ਦੀ ਪਾਵਰ ਨਾਲ, ਪਾਕ रूह ਦੀ ਸ਼ਕਤੀ ਨਾਲ ਹਰ ਵਕਤ ਜਿਹੜੇ ਰਹੀਏ, ਤਾਂ ਕਿ ਸਾਡੇ ਅੱਗੇ ਕੋਈ ਵੀ ਚੈਲੰਜ ਆਵੇ, ਕੋਈ ਵੀ ਮੁਸ਼ਕਿਲ ਆਵੇ, ਪ੍ਰੋਬਲਮ ਆਵੇ, ਚਾਹੇ ਖਾਨਦਾਨੀ ਆਵੇ, ਚਾਹੇ ਕੰਮ ਦੀ ਆਏ, ਚਾਹੇ ਹੋਰ ਕੋਈ ਮੁਸ਼ਕਿਲ ਆਏ, ਪ੍ਰੋਬਲਮ ਆਏ, ਅਸੀਂ ਉੱਤੇ ਕੀ ਫਤਹ ਹਾਸਲ ਕਰੀਏ। ਔਰ ਨਾਲ ਨਾਲ ਜਦੋਂ ਅਸੀਂ ਪਾਕ रूह ਦੀ ਪਾਵਰ ਨਾਲ ਭਰੇ ਹੁੰਦੇ ਹਾਂ, ਪਾਕ रूह ਦੀ ਸ਼ਕਤੀ ਨਾਲ ਭਰੇ ਹੁੰਦੇ ਹਾਂ, ਅਸੀਂ ਖੁਦਾ ਦੇ ਲਈ ਵੀ ਕੀ ਹੈ ਕੰਮ ਕਰਨੇ ਹਾਂ। ਖੁਦਾਵੰਦ ਯਿਸੂ ਮਸੀਹ ਜਦੋਂ ਅਸਮਾਨ 'ਤੇ ਜਾ ਰਹੇ ਸਨ ਅਤੇ ਲੂਕਾ 24 ਬਾਬ ਤੋਂ ਦੀ ਲੂਕ ਗਾਸਪਲ ਆਫ ਲੂਕ ਚੈਪਟਰ 24 ਵਰਸ 49 'ਚ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਕੀ ਆਖਿਆ? ਜਦੋਂ ਜ਼ਿੰਦਾ ਹੋਣ ਤੋਂ ਬਾਅਦ ਅਸਮਾਨ 'ਤੇ ਜਾ ਰਹੇ ਸਨ ਅਤੇ ਖੁਦਾਵੰਦ ਯਿਸੂ ਮਸੀਹ ਨੇ ਕੀ ਆਖਿਆ? ਸੁਣੋ, ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ, ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋ, ਉਹਨਾਂ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ। ਕਰ ਸਕਦੇ ਹਾਂ। ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਕਿ ਠਹਿਰੇ ਰਹੋ, ਵੇਖੋ, ਕਿਤੇ ਨਹੀਂ ਜਾਣਾ ਜਦ ਤੱਕ ਤੁਹਾਨੂੰ ਕੀ ਹੈ ਕੂਵਤ ਦਾ ਲਿਬਾਸ ਨਾ ਮਿਲੇ, ਕੂਵਤ ਦੇ ਕੱਪੜੇ ਨਾ ਮਿਲਣ, ਪਾਵਰ ਆਫ ਹੋਲੀ ਸਪਿਰਿਟ ਨਾ ਮਿਲੇ, ਉਹਨਾਂ 'ਚ ਤੁਸੀਂ ਕੀ ਹੈ ਠਹਿਰੇ ਰਹਿਣਾ।
ਇਸੇ ਤਰ੍ਹਾਂ ਬੁੱਕ ਆਫ ਐਕਟਸ ਚੈਪਟਰ 1 ਵਰਸ 8 'ਚ ਕੀ ਆਖਿਆ ਸੀ? ਪਰ ਪਵਿੱਤਰ ਆਤਮਾ ਤੁਹਾਡੇ ਕੋਲ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ ਅਤੇ ਤੁਸੀਂ ਮੇਰੇ ਗਵਾਹ ਹੋਵੋਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਗੇ ਤੇ ਉਸ ਤੋਂ ਬਾਅਦ ਸਾਰੇ ਯਹੂਦੀਆ ਅਤੇ ਸਾਮਰੀਆਂ ਵਿੱਚ ਅਤੇ ਹੋਰ ਸਾਰੀ ਧਰਤੀ ਦੇ ਹਿੱਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਗੇ। ਹਾਂਜੀ, ਅੱਗੇ ਕੀ ਲਿਖਿਆ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਆਉਂਦੇ ਨੇ ਕਿ ਜਦੋਂ ਹੋਲੀ ਸਪਿਰਿਟ ਆਏਗਾ, ਪਾਕ ਰੂਹ ਅਸਮਾਨ ਤੋਂ ਆਏਗਾ, ਪਵਿੱਤਰ ਆਤਮਾ ਆਏਗਾ, ਤੇ ਤੁਹਾਨੂੰ ਕੀ ਹੋ ਜਾਏਗਾ? ਤੁਸੀਂ ਕੀ ਹੈ, ਕੂਦ ਪਾਓਗੇ, ਤੁਸੀਂ ਸਟਰਾਂਗ ਹੋਵੋਗੇ, ਮਜ਼ਬੂਤ ਹੋਵੋਗੇ। ਤੇ ਫਿਰ ਕੀ ਕਰੋਗੇ? ਤੁਸੀਂ ਯਰੂਸ਼ਲਮ 'ਚ ਮੇਰੇ ਕੀ ਹੈ, ਗਵਾਹ ਬਣੋਗੇ, ਵਿਟਨੈਸ ਹੋਵੋਗੇ, ਯਹੂਦੀਆ 'ਚ, ਸਾਮਰੀਆ 'ਚ, ਫਿਰ ਦੁਨੀਆ ਦੀਆਂ ਹੱਦਾਂ ਤੱਕ ਤੁਸੀਂ ਚਲੇ ਜਾਓਗੇ। ਜਿੰਨੇ ਤੁਸੀਂ ਤੁਹਾਡੇ ਕੋਲ ਜ਼ਿਆਦਾ ਸ਼ਕਤੀ ਹੋਏਗੀ, ਜਿੰਨੀ ਤੁਹਾਡੇ ਕੋਲ ਜ਼ਿਆਦਾ ਪਾਵਰ ਹੋਏਗੀ ਪਾਕ ਰੂਹ ਦੀ, ਉਨਾ ਹੀ ਤੁਸੀਂ ਮੇਰੇ ਲਈ ਕੀ ਜ਼ਿਆਦਾ ਚੰਗਾ ਕੰਮ ਕਰੋਗੇ। ਸੋ ਪਾਕ ਰੂਹ ਦੀ ਤਾਕਤ ਜਿਹੜੀ ਹੈ, ਖੁਦਾ ਚਾਹੁੰਦਾ ਹੈ ਕਿ ਅਸੀਂ ਇਹਦੇ ਨਾਲ ਕੀ ਹੈ, ਹਰ ਵਕਤ ਹਰ ਰੋਜ਼ ਜਿਹੜਾ ਹੈ ਭਰੇ ਰਹੀਏ ਔਰ ਇਹਨੂੰ ਹਰ ਰੋਜ਼ ਜਿਹੜੀ ਅਸੀਂ ਹਾਸਲ ਕਰੀਏ। ਇੱਕ ਹੋਰ ਗੱਲ ਹੈ ਕਿ ਖੁਦਾਵੰਦ ਯਿਸੂ ਮਸੀਹ ਜਦੋਂ ਇਹਦੇ ਪੈਂਤੀਕੋਸ ਦੇ ਦਿਨ ਜਦੋਂ ਸ਼ਾਗਿਰਦ ਜਿਹੜੇ ਸਨ ਉਹ ਦੁਆ ਕਰ ਰਹੇ ਸਨ ਤੇ ਉਹਨਾਂ 'ਤੇ ਕੀ ਹੈ, ਪਾਕ ਰੂਹ ਨਾਜ਼ਲ ਹੋਇਆ। ਔਰ ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਆਖਿਆ ਸੀ ਕਿ ਤੁਸੀਂ ਯਰੂਸ਼ਲਮ ਤੋਂ ਬਾਹਰ ਨਹੀਂ ਜਾਣਾ, ਤੇ ਉਹ ਖੁਦਾਵੰਦ ਯਿਸੂ ਮਸੀਹ ਦੇ ਹੁਕਮ 'ਤੇ ਉਹਨਾਂ ਅਮਲ ਕੀਤਾ। ਤੇ ਉਹ ਯਰੂਸ਼ਲਮ ਦੇ ਵਿੱਚ ਜਦੋਂ ਵਾਪਸ ਆਏ, ਖੁਦਾਵੰਦ ਯਿਸੂ ਮਸੀਹ ਦੇ ਅਸਮਾਨ 'ਚ ਚਲੇ ਗਏ ਤੇ ਵਾਪਸ ਆਏ, ਤੇ ਉਹ ਕਿੱਥੇ ਚਲੇ ਗਏ ਸਨ? ਸਭ ਜਿਹੜੇ ਸਨ ਇੱਕ ਜਗ੍ਹਾ 'ਤੇ ਇਕੱਠੇ ਹੋ ਗਏ ਤੇ ਉੱਥੇ ਕੀ ਕਰਦੇ ਸਨ? ਉਹ ਮਿਲ ਕੇ ਦੁਆ ਪੇ ਕਰਦੇ ਸਨ ਤਾਂ ਕਿ ਕੀ ਹੈ, ਇਸ ਤਾਕਤ ਨੂੰ, ਇਸ ਕੂਵਤ ਨੂੰ ਕੀ ਹੈ, ਹਾਸਲ ਕਰ ਲੈਣ। ਅਗਰ ਅਸੀਂ ਵੇਖੀਏ ਬੁੱਕ ਆਫ ਐਕਟਸ ਚੇਲਿਆਂ ਦੇ ਕਰਤੱਵੇ 1 ਬਾਬ 12 ਵਰਸ 12 'ਚ ਕੀ ਲਿਖਿਆ ਹੈ? ਤਦ ਰਸੂਲ ਜੈਤੂਨ ਦੇ ਪਹਾੜ ਵੱਲੋਂ ਯਰੂਸ਼ਲਮ ਨੂੰ ਗਏ। ਇਹ ਪਹਾੜ ਯਰੂਸ਼ਲਮ ਤੋਂ 1 ਮੀਲ ਦੀ ਵਾਟ ਤੇ ਹੈ। ਅੱਗੇ 13 'ਚ ਕੀ ਲਿਖਿਆ? 30 ਵਰਸ 30 'ਚ ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿੱਥੇ ਉਹ ਪਹਿਲਾਂ ਰਹਿੰਦੇ ਸਨ। ਇੱਕ ਕਮਰਾ ਪੌੜੀਆਂ ਚੜ੍ਹ ਕੇ ਸੀ। ਉੱਥੇ ਇੱਕ ਰਸੂਲ ਸਨ, ਪਤਰਸ, ਯਹੋੰਨਾ, ਯਾਕੂਬ, ਅੰਦਰਿਆਸ, ਫਿਲਿਪੁਸ, ਥੋਮਾਸ, ਬਰਥੁਲਮਈ, ਮਤੀ ਅਤੇ ਯਾਕੂਬ ਹਲਫਾ ਦਾ ਪੁੱਤਰ ਸ਼ਮੌਨ, ਜੋ ਜ਼ੋਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅਤੇ ਯਹੂਦਾ ਯਾਕੂਬ ਦਾ ਪੁੱਤਰ। ਹਾਂਜੀ, ਵਰਸ 14 'ਚ ਕੀ ਲਿਖਿਆ? ਵਰਸ 14 'ਚ ਸਾਰੇ ਰਸੂਲ ਇਕੱਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰੀਅਮ ਯਿਸੂ ਦੀ ਮਾਤਾ ਅਤੇ ਉਸਦੇ ਭਰਾ ਵੀ ਉੱਥੇ ਰਸੂਲਾਂ ਨਾਲ ਸਨ। ਹਾਂਜੀ, ਲਿਖਿਆ ਕਿ ਸਭ ਜਿਹੜੇ ਸਨ ਮਿਲ ਕੇ ਇੱਕ ਦਿਲ ਹੋ ਕੇ ਤੇ ਕੀ ਸਨ, ਮਿਲ ਕੇ ਕੀ ਸਨ, ਦੁਆ ਕਰ ਰਹੇ ਸਨ। ਔਰ ਇਹ ਖੁਦਾਵੰਦ ਯਿਸੂ ਮਸੀਹ ਤੋਂ ਜਾਣ ਤੋਂ ਬਾਅਦ, ਖੁਦਾਵੰਦ ਯਿਸੂ ਮਸੀਹ ਦੇ ਅਸਮਾਨ ਤੋਂ ਜਾਣ ਤੋਂ ਬਾਅਦ ਤੇ ਪਾਕ ਰੂਹ ਉਹਨਾਂ 'ਤੇ ਨਾਜ਼ਲ ਹੋਣ ਦੇ ਵਿੱਚ 10 ਦਿਨ ਬਣਦੇ ਨੇ ਅਗਰ ਕਾਊਂਟ ਕਰੀਏ। ਔਰ ਇਹ 10 ਦਿਨ ਲਗਾਤਾਰ ਦੁਆ ਕਰਦੇ ਤੇ ਇਹਨਾਂ ਪਾਕ ਰੂਹ ਦੀ ਸ਼ਕਤੀ ਨੂੰ, ਪਾਕ ਰੂਹ ਦੀ ਪਾਵਰ ਨੂੰ ਹਾਸਲ ਕੀਤਾ। ਤੇ ਇਹੀ ਸ਼ਾਗਿਰਦ ਜਿਹੜੇ ਪਹਿਲੇ ਡਰ ਕੇ ਬੈਠੇ ਹੋਏ ਸਨ ਔਰ ਕਿਤੇ ਜਾ ਨਹੀਂ ਸੀ ਸਕਦੇ ਔਰ ਕੁਝ ਕਰ ਨਹੀਂ ਸੀ ਸਕਦੇ, ਲੇਕਿਨ ਜਦੋਂ ਈਦੇ ਪੈਂਤੀਕੋਸ ਦੇ ਦਿਨ ਇਹਨਾਂ 'ਤੇ ਪਾਕ ਰੂਹ ਨਾਜ਼ਲ ਹੋਇਆ ਤੇ ਇਹਨਾਂ ਦੇ ਅੰਦਰ ਇੱਕ ਖਾਸ ਕਿਸਮ ਦੀ ਤਾਕਤ ਆ ਗਈ, ਸ਼ਕਤੀ ਆ ਗਈ ਔਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਬਦਲ ਗਈ। ਅਗਰ ਵੇਖੀਏ ਬੁੱਕ ਆਫ ਐਕਟਸ ਚੈਪਟਰ 2 ਵਰਸ 1 ਦੇ ਵਿੱਚ ਕੀ ਲਿਖਿਆ? ਜਦੋਂ ਪੈਂਤੀਕੁਸਤ ਦਾ ਦਿਨ ਆਇਆ ਤਾਂ ਉਹ ਸਾਰੇ ਇੱਕ ਜਗ੍ਹਾ ਇਕੱਤਰ ਸਨ। ਹਾਂਜੀ, ਅੱਗੇ 2 'ਚ ਕੀ ਲਿਖਿਆ? ਅਚਾਨਕ ਆਕਾਸ਼ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ ਜੋ ਹਨੇਰੀ ਵਾਂਗ ਸੀ। ਇਸ ਆਵਾਜ਼ ਨੇ ਉਹ ਸਾਰੀ ਜਗ੍ਹਾ ਭਰ ਦਿੱਤੀ ਜਿੱਥੇ ਉਹ ਬੈਠੇ ਸਨ। ਅੱਗੇ 4 'ਚ ਕੀ ਲਿਖਿਆ? ਵੇਖਦਿਆਂ ਵੇਖਦਿਆਂ ਉਹਨਾਂ ਸਭਨਾਂ ਵਿੱਚ ਪਵਿੱਤਰ ਆਤਮਾ ਸਮਾ ਗਿਆ ਅਤੇ ਉਹਨਾਂ ਸਭ ਦੇ ਵੱਖ-ਵੱਖ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ। ਹਾਂਜੀ, ਕੀ ਲਿਖਿਆ ਕਿ ਉਹ ਕੀ ਤਰ੍ਹਾਂ ਦੀ ਕੀ ਜ਼ਬਾਨਾਂ ਬੋਲਣ ਲੱਗ ਪਏ, ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਕੀ ਦਿੱਤੀ ਸੀ? ਬੋਲਣ ਦੀ ਤਾਕਤ ਦਿੱਤੀ। ਉਹਨਾਂ ਨੂੰ ਪਾਕ ਰੂਹ ਦੀ ਤਾਕਤ ਮਿਲ ਗਈ, ਕੂਵਤ ਮਿਲ ਗਈ। ਇਸੇ ਤਰ੍ਹਾਂ ਹੀ ਖੁਦਾ ਚਾਹੁੰਦਾ ਹੈ ਕਿ ਅਸੀਂ ਵੀ ਹਰ ਰੋਜ਼ ਜਿਹੜੀ ਹੈ ਪਾਕ ਰੂਹ ਦੀ ਸ਼ਕਤੀ ਨਾਲ, ਪਾਕ ਰੂਹ ਦੀ ਪਾਵਰ ਨਾਲ ਹਰ ਵਕਤ ਜਿਹੜੇ
ਭਰੇ ਰਹੀਏ ਔਰ ਪਾਖੁਰੀ ਦੀ ਤਾਕਤ ਨੂੰ ਅਸੀਂ ਜਿਹੜੇ ਆ ਭਰਪੂਰ ਰਹੀਏ। ਇੰਝ ਜਿਵੇਂ ਕਾਰ, ਅਸੀਂ ਸਾਰੇ ਗੱਡੀ ਚਲਾਉਂਦੇ ਹਾਂ, ਕਾਰ ਚਲਾਉਂਦੇ ਹਾਂ, ਅਤੇ ਕਾਰ ਦੇ ਵਿੱਚ ਸਾਨੂੰ ਕੀ ਜ਼ਰੂਰਤ ਪੈਂਦੀ ਹੈ? ਤੇਲ ਦੀ ਜ਼ਰੂਰਤ ਹੁੰਦੀ, ਗੈਸ ਦੀ ਜ਼ਰੂਰਤ ਹੁੰਦੀ ਹੈ। ਅਤੇ ਜੇ ਗੈਸ ਪਾਈਏ $5 ਦਾ, ਅਤੇ ਅਸੀਂ ਆਖੀਏ ਕਿ ਅਸੀਂ ਆਟੋਆ ਚਲੇ ਜਾਂਦੇ ਹਾਂ, ਅਤੇ ਚਲੇ ਜਾਵਾਂਗੇ? ਕਿਉਂ ਜੀ? ਅਗਰ ਆਟੋਆ ਜਾਣਾ ਪਏ ਜਾਂ ਟਰਾਂਟੋ ਜਾਣਾ ਪਏ ਅਤੇ ਗੈਸ ਪਵਾ ਲਈਏ $10 ਤੇ ਜਾ ਸਕਾਂਗੇ? ਅਤੇ ਆਟੋਆ ਜਾਣ ਲਈ ਕੀ ਕਰਨਾ ਪਏਗਾ ਕਿ ਗੈਸ ਦੀ ਜਿਹੜੀ ਟੈਂਕੀ ਉਹਨੂੰ ਕੀ ਕਰਨਾ ਪਏਗਾ? ਫੁੱਲ ਕਰਨਾ ਪਏਗਾ। ਇਸ ਤਰ੍ਹਾਂ ਹੀ ਜਦੋਂ ਅਸੀਂ ਪਾਖੁਰੀ ਦੀ ਸ਼ਕਤੀ ਨਾਲ ਭਰ ਜਾਂਦੇ ਹਾਂ, ਫੁੱਲ ਹੁੰਦੇ ਹਾਂ, ਅਤੇ ਫਿਰ ਅਸੀਂ ਖੁਦਾ ਦੇ ਲਈ ਕੀ ਹੈ? ਇਸਤੇਮਾਲ ਹੁੰਦੇ ਹਾਂ, ਕੰਮ ਕਰਨੇ ਹਾਂ। ਅਤੇ ਜੇ ਸ਼ਾਗਿਰਦ ਵੀ ਜਿਹੜੇ ਸਨ, ਕਮਾਲ ਦੀ ਕਿਤਾਬ 'ਚ ਵੇਖਦੇ ਹਾਂ ਕਿ 2 ਬਾਬ 'ਚ ਉਹਨਾਂ ਨੂੰ ਪਾਖੁਰੂ ਦੀ ਸ਼ਕਤੀ ਮਿਲੀ ਹੈ। ਹੋਰ ਵੀ ਵਰਸਸ ਹੈ ਨੇ, ਲੇਕਿਨ ਇੱਕ ਮੈਂ ਹੋਰ ਵਰਸ ਵੇਖਾਂਗਾ ਕਿ ਉਹ ਬਾਰ-ਬਾਰ ਇਸ ਤਾਕਤ ਨੂੰ ਹਾਸਲ ਕਰਦੇ ਸਨ। ਇੱਥੇ ਵੇਖਿਆ ਕਿ ਜਦੋਂ ਪਾਖਰੂ ਆਉਂਦਾ ਤੇ ਉਹਨਾਂ ਨੂੰ ਪਾਵਰ ਮਿਲਦੀ ਹੈ। ਅਗਰ ਵੇਖੀਏ ਬੁੱਕ ਆਫ ਐਕਟਸ ਚੈਪਟਰ 4, ਚੇਲਿਆਂ ਦੇ ਕਰਤੱਵੇ 4 ਬਾਬ ਤੋਂ 31 'ਚ ਲਿਖਿਆ ਹੈ। ਚੇਲਿਆਂ ਬੁੱਕ ਆਫ ਐਕਟਸ ਚੈਪਟਰ 4 ਵਰਸ 31। ਜਦੋਂ ਨਿਹਚਾਵਾਨ ਪ੍ਰਾਰਥਨਾ ਕਰ ਹਟੇ ਤਾਂ ਉਹ ਜਗ੍ਹਾ ਜਿੱਥੇ ਉਹਨਾਂ ਨੇ ਪ੍ਰਾਰਥਨਾ ਕੀਤੀ ਸੀ ਕੰਬ ਗਈ, ਤੇ ਉਹ ਸਾਰੇ ਇੱਕਦਮ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ। ਉਦੋਂ ਤੋਂ ਉਹ ਨਿਡਰਤਾ ਨਾਲ ਪਰਮੇਸ਼ਵਰ ਦਾ ਸੰਦੇਸ਼ ਫੈਲਾਉਂਦੇ ਰਹੇ। ਹਾਂਜੀ, ਇੱਥੇ ਨੇ ਕਿ ਇੱਕ ਵਾਰੀ ਕਦੋਂ ਪਾਖਰੂ ਨਾਲ ਭਰੇ ਸਨ? ਜਦੋਂ ਈਦੇ ਪੈਂਤੀਕੋਸਤ ਦਾ ਦਿਨ ਸੀ, ਉਦੋਂ ਭਰੇ। ਫਿਰ ਜਦੋਂ ਵੀ ਦੁਆ ਕਰ, ਹੋਰ ਵੀ ਵਰਸਸ ਹੈ ਨੇ, ਜਦੋਂ ਵੀ ਦੁਆ ਕਰਦੇ ਸਨ ਇਕੱਠੇ ਹੋ ਕੇ, ਫਿਰ ਕੀ ਸਰੀ ਪਾਖਰੂ ਨਾਲ ਕੀ ਭਰ ਜਾਂਦੇ ਸਨ। ਇੰਝ ਹੀ ਸਾਨੂੰ ਕੀ ਹੈ, ਖੁਦਾ ਦੀ ਜਿਹੜੀ ਪਾਖਰੂ ਦੀ ਸ਼ਕਤੀ ਹੈ, ਪਾਖਰੂ ਦੀ ਕੂਵਤ ਹੈ, ਇਹਨਾਂ ਕੀ ਸਾਨੂੰ ਭਰਨ ਦੀ ਜ਼ਰੂਰਤ ਹੈ। ਔਰ ਖੁਦਾ ਦੀ, ਜਿਸ ਤਰ੍ਹਾਂ ਮੈਂ ਪਹਿਲੇ ਆਖਿਆ, ਖੁਦਾ ਦੀ ਕੀ ਖਾਹਿਸ਼ ਹੈ ਕਿ ਅਸੀਂ ਹਰ ਵਕਤ ਜੇ ਪਾਖਰੂ ਦੀ ਸ਼ਕਤੀ ਤਾਕਤ ਨਾਲ ਕੀ ਹੈ ਭਰੇ ਰਹੀਏ, ਤਾਂ ਕਿ ਅਸੀਂ ਖੁਦਾ ਦੇ ਲਈ ਕੰਮ ਕਰ ਸਕੀਏ, ਖੁਦਾ ਦੇ ਲਈ ਇਸਤੇਮਾਲ ਹੋ ਸਕੀਏ। ਨਾਲ ਨਾਲ ਅਸੀਂ ਕੀ ਕਰਨਾ ਹੈ, ਜੇ ਸਾਡੀ ਜ਼ਿੰਦਗੀ ਦੇ ਆਪਣੇ ਕੋਈ ਮੁਸ਼ਕਿਲਾਂ ਆਉਂਦੀਆਂ ਨੇ, ਕੋਈ ਚੈਲੰਜਸ ਹੁੰਦੇ ਨੇ, ਉਹਨਾਂ 'ਤੇ ਵੀ ਅਸੀਂ ਪਾਖਰੂ ਦੀ ਤਾਕਤ ਨਾਲ ਕੂਵਤ ਨਾਲ ਫਤਿਹਮੰਦ ਹੁੰਦੇ ਹਾਂ। ਅਤੇ ਇਹ ਸ਼ਾਗਿਰਦਾਂ ਨੂੰ ਜਦੋਂ ਪਾਖਰੂ ਦੀ ਸ਼ਕਤੀ ਮਿਲ ਗਈ, ਪਾਖਰੂ ਦੀ ਕੂਵਤ ਮਿਲ ਗਈ, ਫਿਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਬਦਲ ਗਈ। ਅਗਰ ਅਸੀਂ ਵੇਖੀਏ, ਜੇ ਅਸੀਂ ਪਤਰਸ, ਜਦੋਂ ਖੁਦਾਵੰਦ ਯਿਸੂ ਮਸੀਹ ਸਲੀਬ 'ਤੇ ਜਾਨ ਦੇਣ ਦੇ ਲਈ ਕਰਵਾਏ ਹੋਏ ਸਨ, ਅਤੇ ਪਤਰਸ ਨੇ ਕਿੰਨੀ ਵਾਰੀ ਯਿਸੂ ਦਾ ਇਨਕਾਰ ਕੀਤਾ ਸੀ? ਕੋਈ ਦੱਸੇਗਾ? 3 ਵਾਰੀ ਖੁਦਾਵੰਦ ਯਿਸੂ ਦਾ ਇਨਕਾਰ ਕਰ ਦਿੱਤਾ, ਡਰਦਾ ਸੀ। ਲੇਕਿਨ ਜਦੋਂ ਈਦੇ ਪੈਂਤੀਕੋਸਤ ਤੋਂ ਬਾਅਦ ਜਦੋਂ ਉਹਨੂੰ ਪਾਖਰੂ ਦੀ ਤਾਕਤ ਮਿਲ ਗਈ, ਪਾਖਰੂ ਦੀ ਕੂਵਤ ਮਿਲੀ, ਅਤੇ ਉਹਨਾਂ ਦੇ ਅੰਦਰ ਸਭ ਤੋਂ ਪਹਿਲੇ ਕੀ ਹੋਇਆ? ਡਰ ਜਿਹੜਾ ਸੀ, ਖੌਫ ਜਿਹੜਾ ਸੀ, ਉਹ ਬਿਲਕੁਲ ਖਤਮ ਹੋ ਗਿਆ। ਸੋ ਜੇ ਅਸੀਂ ਪਾਖਰੂ ਦੀ ਸ਼ਕਤੀ ਨਾਲ, ਪਾਖਰੂ ਦੀ ਪਾਵਰ ਨਾਲ ਭਰੇ ਹੁੰਦੇ ਹਾਂ, ਸਾਡੇ ਅੰਦਰੋਂ ਕੀ ਖਤਮ ਹੋ ਜਾਂਦਾ ਹੈ? ਡਰ ਜਿਹੜਾ, ਫੀਅਰ ਜਿਹੜਾ, ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਆਮ ਤੌਰ 'ਤੇ ਵੇਖਿਆ, ਜਿਹੜੇ ਨਿਡਰ, ਦੁਨਿਆਵੀ ਤੌਰ 'ਤੇ ਜਿਹੜੇ ਨਿਡਰ ਹੁੰਦੇ ਨੇ ਲੋਕ, ਉਹ ਕੀ ਕਰਦੇ ਨੇ? ਕਿਸੇ ਕੋਲ ਡਰਦੇ ਨਹੀਂ, ਅਤੇ ਕਿਤੇ ਵੀ ਹੋਏ ਤਾਂ ਕੀ ਹੈ, ਲੜਦੇ ਨੇ, ਬਾਅਦ ਕਾ ਤੋਂ ਮਾਰਾ ਕਟਾਈ ਵੀ ਸ਼ੁਰੂ ਕਰਦੇ ਨੇ, ਅਤੇ ਲੋਕ ਉਹਨਾਂ ਕੋਲ ਬੜੇ ਡਰਦੇ ਨੇ। ਸਾਡਾ ਅਸੀਂ ਡਰਨਾ ਹੈ, ਉਹਦਾ ਮਤਲਬ ਇਹ ਵੇ ਕਿ ਅਸੀਂ ਖੁਦਾ ਦੇ ਲਈ ਜਿਹੜਾ ਕੰਮ ਹੈ ਉਹਨੂੰ ਕਰਨ ਤੋਂ ਨਹੀਂ ਡਰਨਾ। ਕੋਈ ਮੁਸ਼ਕਲ ਆਏ ਉਹ ਤੋਂ ਨਹੀਂ ਡਰਨਾ, ਕੋਈ ਪ੍ਰੋਬਲਮ ਆਏ ਉਹ ਤੋਂ ਖੁਦਾ ਸਾਨੂੰ ਆਪਣੇ ਪਾਖਰੂ ਦੀ ਸ਼ਕਤੀ ਨਾਲ ਕੀ ਹੈ, ਉਹ 'ਤੇ ਫਤਹਿਮੰਦ ਹੋਣ ਦੀ ਤਾਕਤ ਦਿੰਦਾ ਹੈ। ਅਤੇ ਉਹਨਾਂ ਦੇ ਅੰਦਰੋਂ ਕੀ ਹੈ, ਡਰ ਜਿਹਾ ਸੀ ਖਤਮ ਹੋ ਗਿਆ। ਅਤੇ ਪਤਰਸ ਜਿਹੜਾ ਪਹਿਲੇ ਡਰਦਾ ਸੀ, ਅਤੇ ਜਦੋਂ ਪਾਖਰੂ ਦੀ ਸ਼ਕਤੀ ਮਿਲੀ, ਅਤੇ ਉਸੇ ਦਿਨ ਉਹਦੇ ਅੱਗੇ ਕਿੰਨੇ ਹਜ਼ਾਰ ਲੋਕ ਸਨ? ਤਕਰੀਬਨ 3000 ਦੇ ਕਰੀਬ ਲੋਕ ਸਨ, ਜਿਨ੍ਹਾਂ ਦੇ ਅੱਗੇ ਪਤਰਸ ਕੀ ਖੜੇ ਹੋ ਕੇ ਕੀ ਹੈ, ਵਾਜ਼ ਕਰਨਾ ਸ਼ੁਰੂ ਕਰ ਦਿੱਤਾ। ਅਗਰ ਅਸੀਂ ਵੇਖਾਂਗੇ ਬੁੱਕ ਆਫ ਐਕਟਸ ਚੈਪਟਰ 2 ਵਰਸ 14 ਦੇ ਵਿੱਚ ਵੇਖਾਂਗੇ ਕੀ ਲਿਖਿਆ ਇੱਥੇ। ਤਦ ਪਤਰਸ ਉਹਨਾਂ 11 ਰਸੂਲਾਂ ਦੇ ਨਾਲ ਖੜੇ ਹੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ, ਹੇ ਮੇਰੇ ਯਹੂਦੀ ਭਰਾਵੋ ਅਤੇ ਸਾਰੇ ਯਰੂਸ਼ਲਮ ਨਿਵਾਸੀਓ, ਮੇਰੀ ਗੱਲ ਧਿਆਨ ਨਾਲ ਸੁਣੋ, ਕਿਉਂਕਿ ਮੈਂ ਤੁਹਾਨੂੰ ਉਹ ਦੱਸਾਂਗਾ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ। ਹਾਂਜੀ, ਮੈਂ ਤੁਹਾਨੂੰ ਉਹ ਦੱਸਾਂਗਾ ਜਿਹੜਾ ਤੁਹਾਨੂੰ ਕੀ ਹੈ,
ਜਾਣਨਾ ਚਾਹੀਦਾ ਹੈ। ਪਹਿਲੇ ਪਤਰਸ ਡਰਦਾ ਸੀ, ਹੁਣ ਕਿਸੇ ਕੋਲ ਡਰਦਾ ਨਹੀਂ। ਸਾਹਮਣੇ ਲੋਕ ਵੀ ਨੇ, 3000 ਦੇ ਕਰੀਬ ਲੋਕ ਨੇ, ਤੇ ਪਤਰਸ ਬੇਡਰ ਹੋ ਕੇ, ਬਿਲਕੁਲ ਬੇਖੌਫ ਹੋ ਕੇ ਲੋਕਾਂ ਦੇ ਸਾਹਮਣੇ ਬੋਲਣਾ ਸ਼ੁਰੂ ਕਰ ਦਿੱਤਾ। ਅਗਰ ਅਸੀਂ ਵੇਖੀਏ ਚੈਪਟਰ ਬੁੱਕ ਆਫ ਐਕਟ ਚੈਪਟਰ 4 ਵਰਸ 19 ਦੇ ਵਿੱਚ ਕੀ ਲਿਖਿਆ? ਪਰ ਪਤਰਸ ਤੇ ਯਹੋਨਾ ਨੇ ਉਹਨਾਂ ਆਗੂਆਂ ਨੂੰ ਜਵਾਬ ਦਿੱਤਾ, ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ਵਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ਵਰ ਨੂੰ ਮੰਨੀਏ ਜਾਂ ਤੁਹਾਨੂੰ? ਹਾਂਜੀ, ਕਿ ਉੱਥੇ ਜਦੋਂ ਅਦਾਲਤ 'ਚ ਪੇਸ਼ ਹੁੰਦੇ ਤੇ ਉਹਨੂੰ ਕਹਿੰਦੇ ਨੇ ਕਿ ਯਿਸੂ ਦਾ ਨਾਂ ਲੈ ਕੇ ਉਹਨੂੰ ਗੱਲ ਨਹੀਂ ਕਰਨੀ। ਤੇ ਪਤਰਸ ਤੇ ਯਹੋਨਾ ਕੀ ਆਉਂਦੇ ਨੇ ਕਿ ਤੁਸੀਂ ਇਨਸਾਫ ਕਰੋ ਕਿ ਅਸੀਂ ਤੁਹਾਡੀ ਗੱਲ ਮੰਨੀਏ ਕਿ ਖੁਦਾ ਦੀ ਗੱਲ ਮੰਨੀਏ। ਤੇ ਮਤਲਬ ਕੀ ਹੈ ਕਿ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ, ਅਸੀਂ ਜੇਲ੍ਹ ਤੋਂ ਨਹੀਂ ਡਰਦੇ, ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ, ਅਸੀਂ ਖੁਦਾ ਦੀ ਗੱਲ ਕਰਨੀ ਹੈ। ਜਿਹੜਾ ਖੁਦਾ ਨੇ ਸਾਨੂੰ ਕੰਮ ਕਹਿ ਦਿੱਤਾ ਹੈ ਉਹ ਅਸੀਂ ਕਰਨਾ ਹੈ। ਡਰ ਜਿਹੜਾ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ। ਅੱਗੇ 20 ਚ ਲਿਖਿਆ, 4 ਬਾਬ ਦੀ 20 ਚ ਚੈਪਟਰ। ਅਸੀਂ ਚੁੱਪ ਨਹੀਂ ਰਹਿ ਸਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਹਾਂਜੀ, ਕੀ ਹੁਣ ਕਹਿੰਦੇ ਕਿ ਇਹ ਮੁਮਕਿਨ ਨਹੀਂ ਕਿ ਅਸੀਂ ਚੁੱਪ ਰਹਿ ਸਕੀਏ। ਇਹ ਗੱਲ ਹੋ ਨਹੀਂ ਸਕਦੀ ਕਿ ਜੋ ਕੁਝ ਅਸੀਂ ਵੇਖਿਆ, ਜੋ ਕੁਝ ਅਸੀਂ ਸੁਣਿਆ ਉਹਨੂੰ ਨਾ ਦਸੀਏ। ਅਸੀਂ ਸਭ ਕੁਝ ਜਿਹੜਾ ਬਿਆਨ ਕਰਨਾ ਹੈ। ਕੀ ਆਂਦੇ ਸਨ ਕਿ ਅਸੀਂ ਜੋ ਕੁਝ ਅਸੀਂ ਵੇਖਿਆ ਜਾਂ ਸੁਣਿਆ ਉਹ ਅਸੀਂ ਮੁਮਕਿਨ ਨਹੀਂ ਕਿ ਉਹਨੂੰ ਅਸੀਂ ਛੱਡ ਦਈਏ। ਤੇ ਅਗਰ ਵੇਖੀਏ ਅਮਾਲ ਬੁੱਕ ਆਫ ਐਕਟ ਚੈਪਟਰ 5 ਵਰਸ 42 ਦੇ ਵਿੱਚ, ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ ਕਿ ਯਿਸੂ ਹੀ ਮਸੀਹ ਹੈ ਪ੍ਰਚਾਰ ਕਰਦੇ ਰਹੇ। ਉਹਨਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ। ਹਾਂਜੀ, ਕਿ ਲਿਖਿਆ ਕਿ ਉਹ ਹਰ ਰੋਜ਼ ਡੇਲੀ ਕੀ ਕਰਦੇ ਸਨ? ਇਸ ਗੱਲ ਦੀ ਜਿਹੜੀ ਸੀ ਖੁਸ਼ਖਬਰੀ ਜਿਹੜੀ ਸੀ, ਗੁੱਡ ਨਿਊਜ਼ ਜਿਹੜੀ ਸੀ, ਸੁਣਾਉਂਦੇ ਸਨ ਕਿ ਯਿਸੂ ਮਸਾਇਆ ਮਸੀਹ ਆਇਆ ਤੇ ਬਾਜ਼ ਨਾ ਆਏ। ਉਹ ਬਾਜ਼ ਨਹੀਂ ਆਏ, ਡਰੇ ਨਹੀਂ, ਉਹਨਾਂ ਛੱਡਿਆ ਨਹੀਂ, ਬਲਕਿ ਉਹ ਲਗਾਤਾਰ ਕੰਮ ਕਰਦੇ ਰਹੇ। ਸੋ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ? ਪਾਕੂਰੀ ਜੀ ਤੋਂ ਤਾਕਤ ਮਿਲ ਗਈ, ਕੂਵਤ ਮਿਲ ਗਈ। ਉਹਨਾਂ ਦੇ ਅੰਦਰੋਂ ਡਰ ਜਿਹੜਾ ਸੀ, ਖੌਫ ਜਿਹੜਾ ਸੀ, ਬਿਲਕੁਲ ਜਿਹੜਾ ਸੀ ਖਤਮ ਹੋ ਗਿਆ। ਸੋ ਸਾਡੇ ਅੰਦਰ ਜਦੋਂ ਅਸੀਂ ਪਾਕਰੂ ਨਾਲ ਤਾਕਤ ਨਾਲ ਭਰੇ ਹੁੰਦੇ ਹਾਂ, ਸਾਡੇ ਅੰਦਰੋਂ ਫੀਅਰ ਜਿਹੜਾ ਹੈ, ਖੌਫ ਜਿਹੜਾ ਹੈ, ਡਰ ਜਿਹੜਾ ਹੈ, ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਅਸੀਂ ਨਾ ਬਿਮਾਰੀ ਤੋਂ ਡਰਨੇ ਹਾਂ, ਬਿਮਾਰੀ ਆ ਜਾਏਗੀ ਫਿਰ ਵੀ ਸਾਡੇ ਦਿਲ ਦੇ ਅੰਦਰ ਡਰ ਨਹੀਂ ਰਹੇਗਾ। ਅਨਪਲਾਇਮੈਂਟ ਆ ਜਾਏ, ਬੇਰੁਜ਼ਗਾਰੀ ਆ ਜਾਏ, ਫਿਰ ਵੀ ਅਸੀਂ ਨਹੀਂ ਡਰਦੇ, ਕਿਉਂਕਿ ਸਾਡਾ ਈਮਾਨ ਕੀਤੇ, ਵਿਸ਼ਵਾਸ ਕੀਤੇ ਵੇ ਯਿਸੂ ਤੇ ਵੇ। ਅਸੀਂ ਉਹਦੇ ਵੱਲ ਵੇਖਦੇ ਹਾਂ। ਅਸੀਂ ਇਨਸਾਨਾਂ ਵੱਲ ਨਹੀਂ ਵੇਖਦੇ। ਕਿਹਦੇ ਵੱਲ ਵੇਖਦੇ ਹਾਂ? ਯਿਸੂ ਵੱਲ ਵੇਖਦੇ ਹਾਂ। ਖੁਦਾ ਦੇ ਕਲਾਮ 'ਚ ਬਾਰ-ਬਾਰ ਕੀ ਆਉਂਦਾ ਹੈ ਕਿ ਤੁਸੀਂ ਖੌਫ ਨਹੀਂ ਕਰਨਾ, ਡਰਨਾ ਨਹੀਂ। ਠੀਕ ਹੈ। ਇੱਕ ਹੋਰ ਗੱਲ ਜਿਹੜੀ ਉਹਨਾਂ ਦੇ ਅੰਦਰ ਹੋਈ ਕਿ ਉਹਨਾਂ ਨੂੰ ਕਲਾਮ ਸੁਣਾਉਣ ਦੀ ਜਿਹੜੀ ਤਾਕਤ ਮਿਲ ਗਈ, ਕੂਵਤ ਮਿਲ ਗਈ। ਜਿਵੇਂ ਅਸੀਂ ਅੱਗੇ ਵੇਖਿਆ ਸੀ ਕਿ ਖੁਦਾਵੰਦ ਯਿਸੂ ਮਸੀਹ ਨੇ ਬੁੱਕ ਆਫ ਐਕਟਸ ਚੈਪਟਰ 1 ਵਰਸ 8 'ਚ ਕੀ ਆਖਿਆ? ਚੇਲਿਆਂ ਦੇ ਕਰਤੱਵੇ ਇੱਕ ਬਾਪਰ 'ਚ ਆਖਿਆ ਸੀ ਕਿ ਜਦੋਂ ਰੂਲ ਕੁਦਸ ਤੁਹਾਡੇ 'ਚ ਨਾਜ਼ਲ ਹੋਏਗਾ ਤੁਸੀਂ ਕੂਵਤ ਪਾਓਗੇ ਤੇ ਯਰੂਸ਼ਲਮ, ਯਹੂਦੀਆ ਤੇ ਸਾਮਰੀਆ, ਬਲਕਿ ਦੁਨੀਆ ਦੀ ਇੰਤਹਾ ਤੱਕ ਮੇਰੇ ਗਵਾਹ ਬਣੋਗੇ। ਤੇ ਜਦੋਂ ਉਹਨਾਂ 'ਤੇ ਪਾਕ ਰੂਹ ਨਾਜ਼ਲ ਹੋਇਆ, ਪਾਕ ਰੂਹ ਨਾਲ ਭਰ ਗਏ, ਫਿਰ ਪਤਰਸ ਜਿਹੜਾ ਹੈ ਉਹ ਬਾਕੀ ਯਾਰਾਂ ਨਾਲ ਖੜੇ ਹੋ ਕੇ ਕਲਾਮ ਸੁਣਾਉਣ ਲੱਗ ਪਿਆ, ਬੁਲੰਦ ਆਵਾਜ਼ ਨਾਲ, ਉੱਚੀ ਆਵਾਜ਼ ਨਾਲ, ਔਰ ਉਹਦੇ ਅੰਦਰ ਦਲੇਰੀ ਆ ਗਈ। ਅਗਰ ਅਸੀਂ ਵੇਖੀਏ ਬੁੱਕ ਆਫ ਐਕਟ ਚੈਪਟਰ 2 ਵਰਸ 14 ਦੇ ਵਿੱਚ ਕੀ ਲਿਖਿਆ ਹੈ? ਤਦ ਪਤਰਸ ਉਹਨਾਂ 11 ਰਸੂਲਾਂ ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ, ਹੇ ਮੇਰੇ ਯਹੂਦੀ ਭਰਾਵੋ ਅਤੇ ਸਾਰੇ ਯਰੂਸ਼ਲਮ ਨਿਵਾਸੀਓ, ਮੇਰੀ ਗੱਲ ਧਿਆਨ ਨਾਲ ਸੁਣੋ, ਕਿਉਂਕਿ ਮੈਂ ਤੁਹਾਨੂੰ ਉਹ ਦੱਸਾਂਗਾ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ। ਹਾਂਜੀ, ਲਿਖਿਆ ਕਿ ਪਤਰਸ ਪਹਿਲੇ ਜਦੋਂ ਖੁਦਾਵੰਦ ਯਿਸੂ ਮਸੀਹ ਨੂੰ ਫੜਿਆ ਹੋਇਆ ਸੀ ਤੇ ਪਤਰਸ ਜਦੋਂ ਸ਼ਾਮ ਰਾਤ ਨੂੰ ਉੱਥੇ ਸੀ ਤੇ ਜਦੋਂ ਉਹਨੂੰ ਪੁੱਛਦੇ ਸਨ ਕਿ ਤੂੰ ਯਿਸੂ ਦੇ ਨਾਲ ਹੈ, ਤੇ ਉਹਨੇ ਕਿੰਨੀ ਵਾਰੀ ਇਨਕਾਰ ਕੀਤਾ ਸੀ? 3 ਵਾਰੀ ਕੀਤਾ ਸੀ। ਤੇ ਤੀਸਰੀ ਵਾਰੀ ਜੇ ਅਸੀਂ ਜਦੋਂ ਖੁਦਾਵੰਦ ਯਿਸੂ ਮਸੀਹ ਕਿ ਅੱਜ ਤੂੰ ਮੇਰਾ ਜਦ ਤੱਕ ਇਨਕਾਰ ਨਹੀਂ ਕਰੇਗਾ, ਮੁਰਗ ਬਾਂਗ ਨਹੀਂ ਦੇਗਾ।
ਤੇ ਤੀਸਰੀ ਜੋ ਇਨਕਾਰ ਕੀਤਾ ਇਸ ਲਈ ਹੈ ਕਿ ਯਿਸੂ ਤੇ ਲਾਹਨਤਾਂ ਵੀ ਕੀਤੀ ਸੀ। ਲੇਕਿਨ ਹੁਣ ਕੀ ਹੈ, ਉਹ ਬਿਲਕੁਲ ਨਹੀਂ ਡਰਦਾ, ਯਿਸੂ ਦਾ ਇਕਰਾਰ ਕਰਦਾ ਅਤੇ ਬੁਲੰਦ ਆਵਾਜ਼ ਨਾਲ ਕੀ ਹੈ ਉਹਨਾਂ ਨੂੰ ਕਹਿੰਦਾ ਕਿ ਆਏ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਇਹ ਜਾਣ ਲਓ ਅਤੇ ਕੰਨ ਲਗਾ ਕੇ ਮੇਰੀ ਗੱਲ ਸੁਣੋ। ਉਹਨਾਂ ਨੂੰ ਕੀ ਹੈ ਪ੍ਰਚਾਰ ਕਰਨਾ ਸੁਣਨਾ ਸ਼ੁਰੂ ਕਰ ਦਿੰਦਾ ਹੈ। ਅਤੇ ਅਗਰ ਇਹਦਾ ਸਾਰਾ ਆਵਾਜ਼ ਪੜ੍ਹੀਏ ਤਾਂ ਉਹਨਾਂ ਨੂੰ ਇਹ ਵੀ ਆਉਂਦਾ ਹੈ ਕਿ ਤੁਸੀਂ ਉਹ ਜਿਹਨਾਂ ਰਾਸਬਾਜ਼ ਯਿਸੂ ਨੂੰ ਕੀ ਹੈ ਸੂਲੀ 'ਤੇ ਚੜਾਇਆ, ਉਹਨਾਂ ਨੂੰ ਕੀ ਆਉਂਦਾ ਹੈ ਕਿ ਤੁਸੀਂ ਯਿਸੂ ਨੂੰ ਸੂਲੀ 'ਤੇ ਚੜਾਉਣ ਵਾਲੇ ਹੋ। ਬਿਲਕੁਲ ਉਹਦੇ ਅੰਦਰੋਂ ਡਰ ਖਤਮ ਹੋ ਗਿਆ ਅਤੇ ਕਲਾਮ ਸੁਣਾਉਣ ਦੀ ਉਹਨੂੰ ਕੀ ਹੈ ਪਤਰਸ ਨੂੰ ਅਤੇ ਬਾਕੀ ਸਾਰੇ ਸ਼ਾਗਿਰਦਾਂ ਨੂੰ ਕੀ ਹੈ ਤਾਕਤ ਅਤੇ ਕੂਵਤ ਮਿਲ ਗਈ। ਅਤੇ ਪੌਲੁਸ ਰਸੂਲ ਕੀ ਜਿਹੜੇ ਨੇ ਉਹ ਵੀ ਖੁਦਾ ਦੀ ਪਾਕ ਰੂਹ ਦੀ ਤਾਕਤ ਨਾਲ ਬੋਲਦੇ ਸਨ, ਜਿੱਥੇ ਵੀ ਜਾਂਦੇ ਸਨ ਖੁਦਾ ਦੀ ਤਾਕਤ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਹੋਲੀ ਸਪਿਰਿਟ ਦੀ ਪਾਵਰ 'ਤੇ ਜੇ ਸੀ ਭਰੋਸਾ ਕਰਦੇ ਸਨ। ਅਗਰ ਵੇਖੀਏ ਅਸੀਂ 2 ਤਿਮੋਥੀ ਦੂਸਰਾ ਤਮੋਥੀਸ ਦਾ ਖਤ 4 ਬਾਬ ਦੀ 17 ਵਰਸ ਜਿਹੜੀ ਹੈ 2 ਤਿਮੋਥੀ ਚੈਪਟਰ 4 ਵਰਸ 17 'ਚ ਕੀ ਲਿਖਿਆ? ਹਰ ਪ੍ਰਭੂ ਉੱਥੇ ਮੇਰੇ ਨਾਲ ਸੀ, ਉਸਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸਕਾਂ। ਹਾਂਜੀ, ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ ਯਹੂਦੀ ਉਸ ਖੁਸ਼ਖਬਰੀ ਨੂੰ ਸੁਣਨ, ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ। ਹਾਂਜੀ, ਪੌਲੁਸ ਕੀ ਆਉਂਦੇ ਨੇ, ਕਿਨੇ ਮੈਨੂੰ ਮੇਰਾ ਕੌਣ ਮਦਦਗਾਰ ਸੀ, ਮੇਰਾ ਕੌਣ ਹੈਲਪਰ ਸੀ? ਖੁਦਾ ਮੇਰਾ ਮਦਦਗਾਰ ਸੀ, ਉਹ ਮੇਰਾ ਕੀ ਸੀ ਹੈਲਪਰ ਸੀ। ਅਤੇ ਉਹਨੇ ਕਿਉਂ ਮੈਨੂੰ ਬਖਸ਼ੀ? ਤਾਕਤ ਬਖਸ਼ੀ, ਕੂਵਤ ਬਖਸ਼ੀ, ਪਾਵਰ ਬਖਸ਼ੀ, ਤਾਂ ਕਿ ਮੈਂ ਕੀ ਹੈ ਪਰਾਈਆਂ ਕੌਮਾਂ ਦੇ ਵਿੱਚ ਕੀ ਜਾ ਕੇ ਕੀ ਹੈ ਜੇ ਅਦਰ ਨੇਸ਼ਨ ਸਨ ਉਹਨਾਂ 'ਚ ਜਾ ਕੇ ਕੀ ਹੈ ਗਾਸਪਲ ਨੂੰ ਮਨਾਦੀ ਜਿਹੜੀ ਹੈ ਕਰ ਸਕਾਂ, ਗਾਸਪਲ ਨੂੰ ਕੀ ਹੈ ਪ੍ਰੀਚ ਕਰ ਸਕਾਂ। ਸੋ ਜੇ ਅਸੀਂ ਪਾਕ ਰੂਹ ਦੀ ਸ਼ਕਤੀ ਨਾਲ ਭਰੇ ਹੁੰਦੇ ਹਾਂ, ਸਾਡਾ ਮੂੰਹ ਜਿਹੜਾ ਖੁਦਾ ਦੇ ਲਈ ਖੁੱਲ੍ਹ ਜਾਂਦਾ ਹੈ, ਗਵਾਹੀ ਦੇ ਲਈ ਕੀ ਹੈ ਖੁੱਲ੍ਹ ਜਾਂਦਾ ਹੈ, ਔਰ ਅਸੀਂ ਖੁਦਾ ਦੀ ਗਵਾਹੀ ਜਿਹੜੀ ਹੈ ਦੇਣਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਫਿਰ ਪਾਕ ਰੂਹ ਦੀ ਸ਼ਕਤੀ ਜਦੋਂ ਉਹਨੂੰ ਮਿਲ ਗਈ ਅਤੇ ਫਿਰ ਮੋਜ਼ੇ ਜਿਹੜੇ ਨੇ ਹੋਣ ਲੱਗ ਪਏ। ਔਰ ਅਸੀਂ ਜਾਣਦੇ ਹਾਂ ਕਿ ਜਦੋਂ ਪਤਰਸ ਅਤੇ यूहन्ना ਹੈਕਲ 'ਚ ਦੁਆ ਕਰਨ ਜਾ ਰਹੇ ਹੁੰਦੇ ਨੇ ਅਤੇ ਉੱਥੇ ਉਹਨਾਂ ਨੂੰ ਇੱਕ ਜਨਮ ਦਾ ਲੰਗੜਾ ਮਿਲਦਾ ਹੈ ਅਤੇ ਉਹ ਪਾਕ ਰੂਹ ਦੀ ਸ਼ਕਤੀ ਨਾਲ ਭਰੇ ਹੁੰਦੇ ਨੇ। ਅਤੇ ਪਤਰਸ ਅਤੇ यूहन्ना ਕੀ ਆਉਂਦੇ ਨੇ ਕਿ ਸੋਨਾ ਚਾਂਦੀ ਤਾਂ ਸਾਡੇ ਕੋਲ ਨਹੀਂ, ਲੇਕਿਨ ਜੋ ਸਾਡੇ ਕੋਲ ਹੈ ਅਸੀਂ ਕੀ ਹੈ ਉਹ ਤੁਹਾਨੂੰ ਦਿੰਦੇ ਹਾਂ। ਅਗਰ ਅਸੀਂ ਵੇਖੀਏ ਇਮਾਲ ਦੀ ਕਿਤਾਬ ਬੁੱਕ ਆਫ ਐਕਟਸ ਚੇਲਿਆਂ ਦੇ ਕਰਤੱਵੇ ਬੁੱਕ ਆਫ ਐਕਟਸ ਚੈਪਟਰ 3 ਵਰਸ 6 ਦੇ ਵਿੱਚ ਕੀ ਲਿਖਿਆ? ਪਰ ਪਤਰਸ ਨੇ ਆਖਿਆ, ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜਾ ਹੋ ਅਤੇ ਚੱਲ। ਹਾਂਜੀ, ਸਾਡੇ ਕੋਲ ਨਹੀਂ, ਲੇਕਿਨ ਜੋ ਕੁਝ ਹੈ ਉਹ ਅਸੀਂ ਦਿੰਦੇ ਹਾਂ ਯਿਸੂ ਨਾਸੀ ਦੇ ਨਾਂ ਦੇ ਨਾਲ ਕੀ ਉੱਠ ਕੇ ਚੱਲ ਫਿਰ। ਅਤੇ ਉਹ ਲੰਗੜਾ ਕੀ ਜਿਹੜਾ ਜਨਮ ਦਾ ਲੰਗੜਾ ਸੀ ਉਸੇ ਵੇਲੇ ਕੀ ਉਹਨੇ ਚੱਲਣਾ ਸ਼ੁਰੂ ਕਰ ਦਿੱਤਾ। ਹੋਰ ਵੀ ਜਗ੍ਹਾ 'ਤੇ ਵੇਖਦੇ ਹਾਂ ਕਿ ਪਾਕ ਦੀ ਸ਼ਕਤੀ ਨਾਲ ਪੌਲੁਸ ਰਸੂਲ ਜਿਹੜੇ ਨੇ ਪਤਰਸ ਨੇ ਉਹਨਾਂ ਬੜੇ ਮਿਰਕਲ ਕੀਤੇ, ਬਹੁਤ ਮੋਜ਼ੇ ਕੀਤੇ, ਔਰ ਖੁਦਾ ਉਹਨਾਂ ਦੇ ਥਰੂ ਜਿਹਾ ਸੀ ਕੰਮ ਕਰਦਾ ਸੀ। ਔਰ ਉਹਦੀ ਵਜ੍ਹਾ ਕੀ ਸੀ ਕਿ ਉਹ ਪਾਕ ਦੀ ਪਾਵਰ ਨਾਲ, ਪਾਕ ਦੀ ਸ਼ਕਤੀ ਨਾਲ ਕੀ ਸਨ ਭਰੇ ਹੋਏ ਸਨ। ਸੋ ਖੁਦਾ ਚਾਹੁੰਦਾ ਹੈ ਕਿ ਅਸੀਂ ਕਿਹਦੀ ਸ਼ਕਤੀ ਨਾਲ ਭਰੀ ਹੋਈ ਹੈ? ਪਾਕ ਦੀ ਸ਼ਕਤੀ ਨਾਲ ਕੀ ਹੈ ਹਰ ਵਕਤ ਭਰੇ ਰਹੀਏ ਔਰ ਖੁਦਾ ਦੇ ਲਈ ਕੀ ਹੈ ਅਸੀਂ ਇਸਤੇਮਾਲ ਹੋਈਏ। ਇੱਕ ਹੋਰ ਚੀਜ਼ ਹੈ ਕਿ ਜਦੋਂ ਪਾਕ ਦੀ ਸ਼ਕਤੀ ਨਾਲ ਭਰੇ ਹੁੰਦੇ ਆ, ਬੜੇ ਬੜੇ ਅਜੀਬ ਕੰਮ ਜਿਹੜੇ ਨੇ ਉਹ ਜ਼ਾਹਿਰ ਹੁੰਦੇ ਨੇ, ਨਿਸ਼ਾਨ ਜਿਹੜੇ ਨੇ ਜ਼ਾਹਿਰ ਹੁੰਦੇ, ਜਿਹਦਾ ਜ਼ਿਕਰ ਹੈ ਕਿ ਸਾਇੰਸ ਦੇ ਵੰਡਰ ਜਿਹੜੇ ਨੇ ਉਹ ਕੀ ਹੈ ਜ਼ਾਹਿਰ ਹੋਣਗੇ। ਅਤੇ ਅਗਰ ਅਸੀਂ ਵੇਖੀਏ ਕਿ ਸਤਿਫਨਸ ਜਿਹੜਾ ਸੀ ਉਹ ਪਾਕ ਦੀ ਸ਼ਕਤੀ ਨਾਲ ਭਰਿਆ ਹੋਇਆ ਸੀ ਅਤੇ ਉਹ ਬੜੇ ਅਜੀਬ ਅਤੇ ਬੜੇ ਵੱਡੇ ਕੰਮ ਕਰਦਾ ਸੀ। ਅਗਰ ਵੇਖੀਏ ਬੁੱਕ ਆਫ ਐਕਟਸ ਚੈਪਟਰ 5 ਵਰਸ 12 ਦੇ ਵਿੱਚ ਕੀ ਲਿਖਿਆ? ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖਿਆ ਅਤੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। ਹਾਂਜੀ, ਸੌਰੀ, ਰਸੂਲਾਂ ਦੀ ਗੱਲ ਹੋ ਰਹੀ, ਅੱਗੇ ਸਤਿਫਨਸ ਵੱਲ ਵੀ ਜਾਂਦੇ ਆ। ਇੱਕ ਇੱਥੇ ਕੀ ਲਿਖਿਆ ਕਿ ਰਸੂਲਾਂ ਦੇ ਹੱਥੋਂ ਕੀ ਬਹੁਤ ਸੇ ਕੀ ਹੈ ਨਿਸ਼ਾਨ ਅਤੇ ਅਜੀਬ ਕੰਮ ਜਿਹੜੇ ਨੇ ਜ਼ਾਹਿਰ ਹੁੰਦੇ, ਲੋਕ ਉਹਨਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਸਨ। ਅਤੇ ਅਜੀਬ ਕੰਮ ਅਤੇ ਇਹ ਨਿਸ਼ਾਨ ਕਿਹਦੀ ਵਜ੍ਹਾ ਨਾਲ ਜ਼ਾਹਿਰ ਹੁੰਦੇ ਸਨ?
ਪਾਖੁਰੀ ਤਾਕਤ ਨਾਲ। ਇਹਨਾਂ ਨੂੰ ਜਿਹੜਾ ਕੂਵਤ ਦੇ ਲਿਬਾਸ ਮਿਲ ਗਿਆ ਸੀ, ਸ਼ਕਤੀ ਦੇ ਜਿਹੜੇ ਕੱਪੜੇ ਮਿਲ ਗਏ ਸਨ, ਗਾਰਮੈਂਟ ਆਫ ਪਾਵਰ ਜਿਹੜੇ ਮਿਲ ਗਏ ਸਨ, ਉਹਦੇ ਨਾਲ ਕੀ ਹੈ ਇਹ ਸਾਰੇ ਕੰਮ ਜਿਹੜੇ ਸਨ ਕਰਦੇ ਸਨ। ਇਸੇ ਤੇ ਅਗਰ ਵੇਖੀਏ ਸਟੀਫਨਸ ਦੇ ਬਾਰੇ ਵੇਖੀਏ, ਚੈਪਟਰ 6 ਵਰਸ 8 ਚ ਕੀ ਲਿਖਿਆ, ਬੁੱਕ ਆਫ ਐਕਟਸ ਚੈਪਟਰ 6 ਵਰਸ 8 ਚ ਕੀ ਲਿਖਿਆ, ਇਸਤੀਫਨ ਨੇ ਜੋ ਕਿ ਪਰਮੇਸ਼ਵਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੰਮ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਵਿਖਾਈਆਂ। ਹਾਂਜੀ, ਇੱਕ ਲਿਖਿਆ ਸਟੀਫਨਸ ਫਜ਼ਲ ਨਾਲ ਤੇ ਕੂਵਤ ਨਾਲ ਕੀ ਸੀ, ਭਰਿਆ ਹੋਇਆ ਸੀ, ਤੇ ਲੋਕਾਂ ਦੇ ਵਿੱਚ ਕੀ ਸੀ, ਬੜੇ ਬੜੇ ਕੰਮ ਤੇ ਨਿਸ਼ਾਨ ਕੀ ਸੀ ਜ਼ਾਹਿਰ ਕਰਦਾ ਸੀ। ਔਰ ਇਹ ਕਿਹਦੀ ਵਜ੍ਹਾ ਨਾਲ ਹੁੰਦਾ ਸੀ, ਪਾਖੁਰੀ ਦੀ ਪਾਵਰ ਨਾਲ, ਪਾਖੁਰੀ ਦੀ ਸ਼ਕਤੀ ਨਾਲ ਹੁੰਦਾ ਸੀ। ਸੋ ਖੁਦਾ ਕੀ ਚਾਹੁੰਦਾ ਹੈ ਕਿ ਅਸੀਂ ਹਰ ਵਕਤ ਜਿਹੜੇ ਆ ਪਾਖੁਰੀ ਦੀ ਸ਼ਕਤੀ ਨਾਲ ਭਰੇ ਹੋਈਏ ਔਰ ਖੁਦਾ ਦੇ ਲਈ ਕੀਏ ਅਸੀਂ ਇਸਤੇਮਾਲ ਹੋਈਏ। ਪਤਰਸ ਰਸੂਲ ਪਾਖੁਰੀ ਦੀ ਸ਼ਕਤੀ ਦੇ ਬਾਰੇ ਕੀ ਆਂਦੇ ਨੇ, ਅਗਰ ਅਸੀਂ ਵੇਖੀਏ ਪਹਿਲਾ ਪਤਰਸ ਦਾ ਖਤ 1 ਪੀਟਰ ਚੈਪਟਰ 4 ਵਰਸ 11 ਚ ਕੀ ਲਿਖਿਆ, ਪਤਰਸ ਰਸੂਲ ਦਾ ਪਹਿਲਾ ਖਤ 4 ਬਾਪ ਦੀ 11 ਚ ਕੀ ਲਿਖਿਆ, ਜੇ ਕੋਈ ਵਿਅਕਤੀ ਬੋਲਦਾ ਹੈ ਤਾਂ ਉਸ ਨੂੰ ਪਰਮੇਸ਼ਵਰ ਦੇ ਸ਼ਬਦ ਬੋਲਣੇ ਚਾਹੀਦੇ ਹਨ। ਜਿਹੜੇ ਕੋਈ ਸੇਵਾ ਕਰਦਾ ਹੈ ਉਸ ਨੂੰ ਅਜਿਹਾ ਉਸ ਤਾਕਤ ਨਾਲ ਕਰਨ ਦਿਓ ਜਿਹੜੀ ਪਰਮੇਸ਼ਵਰ ਉਸ ਨੂੰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ ਪਰਮੇਸ਼ਵਰ ਮਸੀਹ ਯਿਸੂ ਰਾਹੀਂ ਮਹਿਮਾਮਈ ਹੋਵੇ। ਸ਼ਕਤੀ ਅਤੇ ਮਹਿਮਾ ਸਦੀਵੀ ਉਸੇ ਦੀ ਹੋਵੇ, ਆਮੀਨ। ਹਾਂਜੀ, ਲਿਖਿਆ ਕਿ ਅਗਰ ਕੋਈ ਖਿਦਮਤ ਕਰੇ, ਖਿਦਮਤ ਦਾ ਕੀ ਕੰਮ ਹੈ, ਖੁਦਾ ਦੇ ਲਈ ਕੋਈ ਵੀ ਕੰਮ ਕਰੇ, ਚਾਹੇ ਕੋਈ ਦੁਆ ਕਰਦਾ ਹੈ, ਚਾਹੇ ਕੋਈ ਮਨਾਦੀ ਕਰਦਾ ਹੈ, ਚਾਹੇ ਹੋਰ ਕੋਈ ਕੰਮ ਕਰਦਾ ਹੈ, ਜਿਹੜੀ ਖੁਦਾ ਨੇ ਸਾਨੂੰ ਖਿਦਮਤ ਦਿੱਤੀ ਹੈ, ਸਾਨੂੰ ਕੀ ਹੈ ਟੈਲੈਂਟ ਦਿੱਤਾ ਹੈ, ਤੋੜਾ ਦਿੱਤਾ ਹੈ, ਅਸੀਂ ਉਹਨੂੰ ਕਰਨੇ ਆ ਅਤੇ ਉਹਨੂੰ ਉਸ ਤਾਕਤ ਦੇ ਮੁਤਾਬਕ ਕਰਨੇ ਆ ਜਿਹੜਾ ਸਾਨੂੰ ਖੁਦਾ ਦਿੰਦਾ ਹੈ। ਬਗੈਰ ਇਸ ਤਾਕਤ ਤੋਂ ਅਸੀਂ ਖੁਦਾ ਦੇ ਲਈ ਕੋਈ ਕੰਮ ਨਹੀਂ ਕਰ ਸਕਦੇ। ਅਸੀਂ ਕਿਹਦੀ ਤਾਕਤ ਨਾਲ ਕਰਨੇ ਆ, ਪਾਖੁਰੀ ਦੀ ਤਾਕਤ ਨਾਲ, ਪਾਖੁਰੀ ਦੀ ਕੁਵਤ ਨਾਲ ਕਰਨੇ ਆ। ਔਰ ਖੁਦਾ ਚਾਹੁੰਦਾ ਹੈ ਕਿ ਅਸੀਂ ਹਰ ਵਕਤ ਜਿਹੜੇ ਆ ਪਾਖੁਰੀ ਦੀ ਸ਼ਕਤੀ ਨਾਲ ਕੀ ਭਰੇ ਰਹੀਏ। ਇੱਕ ਹੋਰ ਗੱਲ ਹੈ ਕਿ ਜਿਵੇਂ ਦੱਸਿਆ ਸੀ ਕਿ ਜੇ ਰਸੂਲ ਸਨ ਉਹਨਾਂ ਦੇ ਅੰਦਰ ਡਰ ਖਤਮ ਹੋ ਗਿਆ ਸੀ ਔਰ ਉਹ ਨਾ ਮੌਤ ਤੋਂ ਵੀ ਨਹੀਂ ਸਨ ਡਰਦੇ। ਔਰ ਜਿੰਨੇ ਵੀ ਰਸੂਲ ਨੇ ਉਹ ਸਾਰੇ ਦੇ ਸਾਰੇ ਜਿੱਥੇ ਜਿੱਥੇ ਵੀ ਗਏ ਨੇ ਉਹਨਾਂ ਨੂੰ ਕੀ ਹੈ ਕਤਲ ਕੀਤਾ ਗਿਆ ਜ਼ਿਆਦਾਤਰ ਨੂੰ। ਜਿਵੇਂ ਅਸੀਂ ਜਾਣਦੇ ਹਾਂ ਕਿ ਇੰਡੀਆ 'ਚ ਕੌਣ ਗਿਆ ਸੀ, ਤੂਮਾ ਗਿਆ ਸੀ, ਉੱਥੇ ਉਹਨੂੰ ਕੀ ਸੀ ਕਤਲ ਕੀਤਾ ਗਿਆ। ਪਤਰਸ ਰਸੂਲ ਜਿਹੜਾ ਸੀ ਉਹਨੂੰ ਕਤਲ ਕੀਤਾ ਗਿਆ। ਪੌਲਸ ਰਸੂਲ ਜਿਹੜਾ ਹੈ ਉਹਨੂੰ ਕਤਲ ਗਿਆ। ਸਭ ਜਿਹੜੇ ਸਨ ਕਿਤੇ ਨਾ ਕਿਤੇ ਕਤਲ ਹੋਏ, ਉਹਨਾਂ ਨੂੰ ਮਾਰਿਆ ਗਿਆ। ਯਹੂਨਾ ਜਿਹਾ ਉਹ ਕਿੰਨੇ ਜਿਹਾ ਸੀ ਉੱਥੇ ਕੈਦ 'ਚ ਰਿਹਾ, ਲੇਕਿਨ ਸਭ ਜਿਹੜੇ ਨੇ ਕੈਦ 'ਚ ਰਹੇ, ਕਤਲ ਹੋਏ ਔਰ ਉਹ ਨਾ ਕੈਦ ਤੋਂ ਡਰਦੇ ਸਨ, ਨਾ ਜੇਲ੍ਹ ਤੋਂ ਡਰਦੇ ਸਨ, ਨਾ ਮੌਤ ਤੋਂ ਡਰਦੇ ਸਨ। ਹਰ ਕਿਸਮ ਦਾ ਖੌਫ ਜਿਹਾ ਸੀ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ। ਜੇਲ੍ਹ ਦਾ ਡਰ, ਮਰਨ ਦਾ ਡਰ ਜਿਹਾ ਉਹਨਾਂ ਦਾ ਖਤਮ ਹੋ ਗਿਆ। ਔਰ ਖੁਦਾ ਦੀ ਖਾਹਿਸ਼ ਇਹ ਹੈ ਕਿ ਅਸੀਂ ਸਭ ਜਿਹੜੇ ਆ ਪਾਖੁਰੀ ਦੀ ਤਾਕਤ ਨਾਲ ਹੁਣ ਕੀ ਹੈ ਭਰੀਏ। ਜਦੋਂ ਅਸੀਂ ਪਾਖੁਰੀ ਦੀ ਤਾਕਤ ਨਾਲ ਭਰਾਂਗੇ ਅਤੇ ਸਾਡੇ ਅੰਦਰ ਕੀ ਹੈ, ਸਾਡੀ ਜ਼ਿੰਦਗੀ ਦੇ ਅੰਦਰ ਕੀ ਆਏਗਾ, ਬੇਦਾਰੀ ਆਏਗੀ, ਰਿਵਾਈਵਲ ਆਏਗਾ। ਅਸੀਂ ਖੁਦਾ ਦੇ ਲਈ ਕੀ ਹੈ ਇਸਤੇਮਾਲ ਹੋਵਾਂਗੇ। ਔਰ ਅੱਜ ਖੁਦਾ ਚਾਹੁੰਦਾ ਹੈ ਕਿ ਅਸੀਂ ਖੁਦਾ ਦੇ ਸਾਹਮਣੇ ਆਪਣੇ ਨੂੰ ਰੱਖੀਏ ਔਰ ਖੁਦਾ ਨੂੰ ਕਹੀਏ ਕਿ ਸਾਨੂੰ ਹੋਰ ਆਪਣੀ ਪਾਖੁਰੀ ਦੀ ਤਾਕਤ ਨਾਲ ਅਤੇ ਕੁਵਤ ਨਾਲ ਕੀ ਹੈ ਭਰ। ਔਰ ਨੈਕਸਟ ਵੀਕ ਅਸੀਂ ਵੇਖਾਂਗੇ ਕਿ ਅਸੀਂ ਕਿਵੇਂ ਇਸ ਤਾਕਤ ਨੂੰ ਹਾਸਲ ਕਰ ਸਕਦੇ ਹਾਂ, ਕਿਵੇਂ ਅਸੀਂ ਆਪਣੇ ਆਪ ਨੂੰ ਹਰ ਵਕਤ ਪਾਖੁਰੀ ਦੀ ਕੁਵਤ ਨਾਲ ਭਰਿਆ ਰੱਖ ਸਕਦੇ ਹਾਂ। ਖੁਦਾ ਤੁਹਾਨੂੰ ਬਰਕਤ ਦੇ।